ਪ੍ਰਤਪਾਲ ਕੀ ਹੈ ਕਰਨਿਕ ਰਾਵਣ ਹਾਰ ਵਾਹਿਗੁਰੂ ਸਭ ਦਾ ਮਾਲਿਕ ਹੈ ਕਰਨਿਕ ਰਾਵਣ ਹਾਰ ਵਾਹਿਗੁਰੂ ਸਭ ਦਾ ਮਾਲਿਕ ਹੈ ਪੱਥਰਾਂ ਵਿੱਚ ਵੀ ਪਾਲੇ ਉਹ ਸਭ ਦਾ ਪ੍ਰਤਪਾਲਕ ਹੈ ਕਰਨਿਕ ਰਾਵਣ ਹਾਰ ਵਾਹਿਗੁਰੂ ਸਭ ਦਾ ਮਾਲਕ ਹੈ ਕਰਨਿਕ ਰਾਵਣ ਹਾਰ ਵਾਹਿਗੁਰੂ ਸਭ ਦਾ ਮਾਲਕ ਹੈ ਹੋਵੇ ਉਸ ਦੀ ਕਿਰਪਾ ਪੁੱਜੇ ਦਾਣੇ ਹੋਣ ਹਰੇ ਹੋਵੇ ਉਸ ਦੀ ਕਿਰਪਾ ਪੁੱਜੇ ਦਾਣੇ ਹੋਣ ਹਰੇ ਹੋਣ ਪ੍ਰਾਪਤ ਖੁਸ਼ੀਆਂ ਜੇਕਰ ਸਤਿਗੁਰ ਨਜ਼ਰ ਕਰੇ ਹੋਣ ਪ੍ਰਾਪਤ ਖੁਸ਼ੀਆਂ ਜੇਕਰ ਸਤਿਗੁਰ ਨਜ਼ਰ ਕਰੇ ਮਨ ਦਾ ਨੀਮਾ ਮਿੱਠ ਮੋਲਣਾ ਨਿਰਮਲ ਦਿਲ ਦਾ ਜੋ ਲੋੜ ਨਹੀਂ ਕਿਤੇ ਜਾਣਦੀ ਉਸ ਨੂੰ ਆਪੇ ਮਿਲਦਾ ਓ ਲੋੜ ਨਹੀਂ ਕਿਤੇ ਜਾਣਦੀ ਉਸ ਨੂੰ ਆਪੇ ਮਿਲਦਾ ਓ ਮਨ ਦਾ ਨੀਮਾ ਮਿੱਠ ਬੋਲੜਾ ਨਿਰਮਲ ਦਿਲ ਦਾ ਜੋ ਲੋੜ ਨਹੀਂ ਕਿਤੇ ਜਾਣਦੀ ਉਸ ਨੂੰ ਆਪੇ ਮਿਲਦਾ ਓ ਲੋੜ ਨਹੀਂ ਕਿਤੇ ਜਾਣਦੀ ਉਸ ਨੂੰ ਆਪੇ ਮਿਲਦਾ ਓ ਹਰਦਮ ਮਸਤ ਬਹਾਰਾ ਖੇੜਾ ਰਹਿੰਦਾ ਉਸ ਕਰੇ ਹਰਦਮ ਮਸਤ ਬਹਾਰਾ ਖੇੜਾ ਰਹਿੰਦਾ ਉਸ ਕਰੇ ਹੋਣ ਪ੍ਰਾਪਤ ਖੁਸ਼ੀਆਂ ਜੇਕਰ ਸਤਿਗੁਰ ਨਜ਼ਰ ਕਰੇ ਹੋਣ ਪ੍ਰਾਪਤ ਖੁਸ਼ੀਆਂ ਜੇਕਰ ਸਤਿਗੁਰ ਨਜ਼ਰ ਕਰੇ ਰਹਿਮਤ ਭਰੀ ਨਿਗਾਹੋ ਜਿਸ ਦੇ ਵੱਲ ਵੀ ਕਰ ਦੇਵੇ ਨੀਚੋਂ ਉੱਚ ਬਣਾ ਕੇ ਸਿਰ ਤੇ ਤਾਜ ਵੀ ਧਰ ਦੇਵੇ ਨੀਚੋਂ ਉੱਚ ਬਣਾ ਕੇ ਸਿਰ ਤੇ ਤਾਜ ਵੀ ਧਰ ਦੇਵੇ ਰਹਿਮਤ ਭਰੀ ਨਿਗਾਹੋ ਜਿਸ ਦੇ ਵੱਲ ਵੀ ਕਰ ਦੇਵੇ ਨੀਚੋਂ ਉੱਚ ਬਣਾ ਕੇ ਸਿਰ ਤੇ ਤਾਜ ਵੀ ਧਰ ਦੇਵੇ ਨੀਚੋਂ ਉੱਚ ਬਣਾ ਕੇ ਸਿਰ ਤੇ ਤਾਜ ਵੀ ਧਰ ਦੇਵੇ ਦੁੱਖ ਸੁੱਖ ਦਾ ਬਣ ਹਾਮੀ ਆਪ ਹੁੰਗਾਰਾ ਆਪ ਪਰੇ ਦੁੱਖ ਸੁੱਖ ਦਾ ਬਣ ਹਾਮੀ ਆਪ ਹੁੰਗਾਰਾ ਆਪ ਪਰੇ ਹੋਣ ਪ੍ਰਾਪਤ ਖੁਸ਼ੀਆਂ ਜੇਕਰ ਸਤਿਗੁਰ ਨਜ਼ਰ ਕਰੇ ਹੋਣ ਪ੍ਰਾਪਤ ਖੁਸ਼ੀਆਂ ਜੇਕਰ ਸਤਿਗੁਰ ਨਜ਼ਰ ਕਰੇ ਦਿਲ ਦੇ ਵਿੱਚ ਨਾ ਮੈਲ ਕੋਈ ਜਿਸ ਦੇ ਸੱਚ ਪੱਲੇ ਹੈ ਪੱਖ ਪੂਰਦਾ ਹੁੰਦਾ ਉਸ ਦੀ ਬੱਲੇ ਬੱਲੇ ਹੈ ਪੱਖ ਪੂਰਦਾ ਉਸ ਦਾ ਹੁੰਦੀ ਬੱਲੇ ਬੱਲੇ ਹੈ ਦਿਲ ਦੇ ਵਿੱਚ ਨਾ ਮੈਲ ਕੋਈ ਜਿਸ ਦੇ ਸੱਚ ਪੱਲੇ ਹੈ ਪੱਖ ਪੂਰਦਾ ਹੁੰਦੀ ਉਸ ਦੀ ਬੱਲੇ ਬੱਲੇ ਹੈ ਪੱਖ ਪੂਰਦਾ ਉਸ ਦਾ ਹੁੰਦੀ ਬੱਲੇ ਬੱਲੇ ਹੈ
चांचल दीप ते भीले दे सिर हाथी छत्र तेरे चांचल दीप ते भीले दे सिर हाथी छत्र तेरे होण प्राप्त खुशियां जेकर सतगुर नजर करे होण प्राप्त खुशियां जेकर सतगुर नजर करे होण प्राप्त खुशियां जेकर सतगुर नजर करे। किव सचियारा होई है किव कूड़ा टुटै पाल हुक्म रजाई चलना नानक लिखिया नाल नीचा अंदर नीच जात नीची हूँ अत नीच नानक तिनकै संग साथ वड्डियां स्यों क्या रीस जिथे नीच संभालियां तिथे नदर तेरी बख्शीश लख खुशियां पातशाहियां जे सतगुर नदर करे। सन्मानयोग गुरु रूप साध संगत जीओ गरीब नवाज सतगुरु ਸਾਹਿਬ श्री गुरु ग्रंथ ਸਾਹਿਬ ਪਾਤਸ਼ਾਹ जी ਦੀ ਪਾਵਨ ਗੋਦ ਵਿੱਚ ਸੱਜ ਬੈਠੇ ਹੋ। ਦਾਸ ਦੇ ਜਥੇ ਦੀ ਹਾਜ਼ਰੀ ਲੱਗ ਜਾਵੇ ਸਾਡੀ ਰਸਨਾ ਤੋਂ ਵਾਹਿਗੁਰੂ ਦਾ ਸਿਮਰਨ ਹੋ ਜਾਵੇ। ਗੁਰੂ ਨਾਨਕ ਦੇ ਦਰ ਦਾ ਜੋ ਅਸੂਲ ਹੈ ਉਸ ਅਸੂਲ ਦੇ ਪਹਿਰੇਦਾਰ ਬਣ ਜਾਈਏ। ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਸਮੁੱਚੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਹਰ ਬੁਲਾਰੇ ਤੋਂ ਕਥਾਵਾਚਕ ਵੀਰ ਜੀ ਦੇ ਕੋਲੋਂ ਰਾਗੀ ਸਿੰਘਾਂ ਪਾਸੋਂ ਅੱਜ ਦੇ ਦੀਵਾਨ ਬਾਰੇ ਆਪ ਜੀ ਨੇ ਆਪਣੀ ਝੋਲੀ ਦੇ ਵਿੱਚ ਬਹੁਤ ਕੁਝ ਪਵਾਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਜਿੰਨੀ ਸੋਝੀ ਦਾਸ ਨੂੰ ਮਿਲੀ ਹੈ ਉਸ ਸੋਝੀ ਮੁਤਾਬਕ ਮੈਂ ਵੀ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾ ਜਾਣੀ ਹੈ। ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਤਿਗੁਰ ਕਿਰਪਾ ਕਰਨ ਗੁਰੂ ਕੀ ਸੰਗਤ ਦੀ ਕਸਵੱਟੀ ਤੇ ਪੂਰੇ ਉਤਰ ਸਕੀਏ। ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ। ਆਪ ਜੀ ਨੇ ਸਰਵਣ ਕੀਤਾ ਹੈ ਇਸੇ ਹਫ਼ਤੇ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕੀਤਾ ਹੈ ਤੇ ਅੱਜ ਦਾ ਅਚੇਚੇ ਤੌਰ ਤੇ ਦੀਵਾਨ ਜਿਹੜਾ ਰੱਖਿਆ ਗਿਆ ਹੈ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹੈ। ਬਟਾਲੇ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਪਿਆਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਗੁਰੂ ਕੀ ਸੰਗਤ ਦੀ ਸੇਵਾ ਕਰ ਰਹੀਆਂ ਨੇ। ਸਤਿਗੁਰ ਕਿਰਪਾ ਕਰਨ। ਆਪ ਜੀ ਨੇ ਇਲਾਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਹੈ ਅਸਾਂ ਨੇ ਤੇ ਅੱਜ ਵੀ ਗੁਰੂ ਕੀ ਸੰਗਤਾਂ ਖੁਸ਼ੀਆਂ ਲੈ ਰਹੀਆਂ ਨੇ। ਇਹ ਦਿਹਾੜੇ ਮਨਾਏ ਸਫਲੇ ਨੇ ਉਦੋਂ ਜਦੋਂ ਅਸੀਂ ਗੁਰੂ ਨਾਨਕ ਦੇ ਦਰ ਦੇ ਸਿਧਾਂਤ ਦੇ ਪਹਿਰੇਦਾਰ ਬਣ ਜਾਈਏ। ਆਓ ਮੈਂ ਆਪ ਜੀ ਦਾ ਧਿਆਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਇਤਿਹਾਸ ਤੇ ਲੈ ਕੇ ਜਾਵਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਆਉਣ ਵਾਲੇ ਸਮੇਂ ਦੇ ਵਿੱਚ ਮਨਾਉਣਾ ਹੈ ਅਸੀਂ। ਪਿਤਾ ਕਲਿਆਣ ਦਾਸ ਜਿਨ੍ਹਾਂ ਨੂੰ ਮਹਿਤਾ ਕਾਲੂ ਜੀ ਵੀ ਕਿਹਾ ਜਾਂਦਾ ਹੈ, ਮਾਤਾ ਤ੍ਰਿਪਤਾ ਜੀ, ਰਾਏ ਭੋਏ ਦੀ ਤਲਵੰਡੀ ਮੇਰੇ ਹਜ਼ੂਰ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ। ਮੇਰੇ ਸ਼ਹਿਨਸ਼ਾਹ ਜੀ ਦੇ ਅਨੋਖੇ ਕੌਤਕ ਨੇ ਬਚਪਨ ਦੇ। ਉਹਨਾਂ ਕੌਤਕਾਂ ਨੂੰ ਜਦੋਂ ਸੰਸਾਰੀ ਲੋਕਾਂ ਨੇ ਵੇਖਿਆ ਤੇ ਛੇਤੀ ਸਮਝ ਨਾ ਆਈ। ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ, ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਈਸਾਈ ਹੈ, ਜਿਹੜੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੇ ਨੇ, ਉਹ ਕਿਸੇ ਵੀ ਧਰਮ ਦੇ ਵਿੱਚ ਚੰਗੀ ਗੱਲ ਹੋਵੇ ਉਸ ਨੂੰ ਆਪਣੀ ਝੋਲੀ ਦੇ ਵਿੱਚ ਪਵਾਉਂਦੇ ਨੇ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਾਏ ਬੁਲਾਰ ਜੀ ਰਹਿ ਰਹੇ ਨੇ।
ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੌਤਕ ਵੇਖੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਸੀ ਝੁਕਾ ਦਿੱਤਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ। ਰਾਏ ਬੁਲਾਰ ਜੀ ਦੀ ਬੇਟੀ ਸੁਲਤਾਨਪੁਰ ਵਿਆਹੀ ਹੋਈ ਹੈ ਦੌਲਤ ਖਾਂ ਜੀ ਨੂੰ, ਤੇ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਭੈਣ ਜੀ ਜਿਨ੍ਹਾਂ ਨੂੰ ਅਸੀਂ ਬੇਬੇ ਨਾਨਕੀ ਜੀ ਕਹਿੰਦੇ ਹਾਂ, ਬੇਬੇ ਨਾਨਕੀ ਜੀ ਵੀ ਸੁਲਤਾਨਪੁਰ ਵਿਆਹੇ ਹੋਏ ਨੇ। ਉਹਨਾਂ ਦੇ ਪਤੀ ਜਿਨ੍ਹਾਂ ਨੂੰ ਅਸੀਂ ਭਾਈਆ ਜੈ ਰਾਮ ਜੀ ਵੀ ਕਹਿੰਦੇ ਹਾਂ, ਭਾਈ ਜੈ ਰਾਮ ਜੀ ਵੀ ਕਹਿੰਦੇ ਹਾਂ, ਭਾਈ ਜੈ ਰਾਮ ਜੀ ਦੇ ਜਿਹੜੇ ਪਿਤਾ ਜੀ ਨੇ ਭਾਈ ਪਰਮਾਨੰਦ ਪਲਤਾ ਜੀ ਕਰਕੇ ਉਹਨਾਂ ਦਾ ਨਾਂ ਆਇਆ ਏ, ਉਹ ਮਾਲ ਅਫਸਰ ਨੇ, ਤੇ ਉਹਨਾਂ ਦੇ ਪੁੱਤਰ ਵੀ ਉਹਨਾਂ ਦੇ ਮਹਿਕਮੇ ਦੇ ਵਿੱਚ ਜਾਂਦੇ ਨੇ। ਇੱਧਰ ਮੇਰੇ ਗੁਰਦੇਵ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੱਚਾ ਸੌਦਾ ਕਰਕੇ ਆਉਂਦੇ ਨੇ, ਲਾਹੌਰ ਦੀ ਧਰਤੀ ਤੇ ਜਾਂਦੇ ਨੇ, ਪਿਤਾ ਕਲਿਆਣ ਦਾਸ ਕਾਰੋਬਾਰੀ ਬਣਾਉਣਾ ਚਾਹੁੰਦੇ ਨੇ। ਬੇਬੇ ਨਾਨਕੀ ਜੀ ਨੇ ਪਿਤਾ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਕੁਝ ਸਮਾਂ ਆਪਣੇ ਕੋਲ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਲੈ ਕੇ ਆਉਂਦੇ ਨੇ। ਮੋਦੀ ਖਾਨੇ ਦੇ ਵਿੱਚ ਮੇਰੇ ਦਤਾਰ ਪਾਤਸ਼ਾਹ ਜੀ ਕੁਝ ਸਮਾਂ ਨੌਕਰੀ ਕਰਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਵੀ ਕਰਦੇ ਨੇ। ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹਰ ਪਾਸੇ ਜਿੱਤ ਹੁੰਦੀ ਹੈ। ਭਾਵੇਂ ਉਹ ਮੱਝੀਆਂ ਚਾਰਨ ਦੀ ਗੱਲ ਹੈ, ਭਾਵੇਂ ਸੱਪ ਦੀ ਛਾਂ ਦੀ ਗੱਲ ਹੈ, ਭਾਵੇਂ ਮੋਦੀ ਖਾਨੇ ਦੀ ਗੱਲ ਹੈ। ਮੈਂ ਸੰਖੇਪ ਰੂਪ ਦੇ ਵਿੱਚ ਗੱਲ ਕਰਾਂ, ਆਪਣੇ ਸਾਥੀਆਂ ਦੀਆਂ 2 ਕਵਿਤਾ ਆਪ ਜੀ ਦੇ ਸਨਮੁਖ ਕਰਨੀਆਂ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਦੇ ਵਿੱਚੋਂ ਸਾਡੇ ਲਈ ਬਹੁਤ ਬੜਬੁੱਲਾ ਖਜ਼ਾਨਾ ਲੈ ਕੇ ਆਏ ਨੇ। ਅੰਮ੍ਰਿਤ ਵੇਲੇ ਸੱਚਖੰਡ ਜਦੋਂ ਗੁਰੂ ਸਵਾਰਿਓ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਲਿਆਉਣਾ ਹੁੰਦਾ ਏ ਨਿਜ ਸਥਾਨ ਤੇ ਉਸ ਵੇਲੇ ਗੁਰੂ ਕੇ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਵਾਹਿਗੁਰੂ ਸਾਡੇ ਲਈ ਉਹ ਸਿਮਰਨ ਲੈ ਕੇ ਆਏ ਨੇ। ਮੂਲ ਮੰਤਰ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਅਸੀਂ ਹਰ ਰੋਜ਼ ਹੀ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਹਾਂ ਬਾਣੀ ਦਾ। ਤੇ ਗੁਰੂ ਸਵਾਰਿਓ ਮੂਲ ਮੰਤਰ ਵੀ ਮੇਰੇ ਹਜ਼ੂਰ ਪਾਤਸ਼ਾਹ ਲੈ ਕੇ ਆਏ ਨੇ। ਭਾਈ ਜੈ ਰਾਮ ਜੀ ਨੇ ਸਲਾਹ ਕੀਤੀ ਹੈ, ਕਿਉਂ ਨਾ ਅਸੀਂ ਸ਼ਾਦੀ ਕਰ ਦਈਏ। ਇਸ ਗੁਰੂ ਨਾਨਕ ਦੀ ਬੇਬੇ ਨਾਨਕੀ ਜੀ ਸਹਿਮਤ ਹੋਏ ਨੇ। ਬਟਾਲੇ ਪਿੰਡ ਦੇ ਰਹਿਣ ਵਾਲੇ ਭਾਈ ਮੂਲ ਚੰਦ ਜੀ, ਜਿਨ੍ਹਾਂ ਦੀ ਧਰਮਸ ਪਤਨੀ ਬੀਬੀ ਚੰਦੋ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ, ਰਿਸ਼ਤਾ ਤੈਅ ਹੋ ਗਿਆ। ਮਾਤਾ ਸੁਲੱਖਣੀ ਜੀ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਆਇਆ ਉਹ ਸੋਹਣਾ ਦਿਨ ਭਾਦਰੋਂ ਸੁਦੀ 7 1487 ਈਸਵੀ ਨੂੰ ਮੇਰੇ ਹਜ਼ੂਰ ਪਾਤਸ਼ਾਹ ਜੀ ਦੀ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਬਰਾਤ ਤੁਰਨੀ ਹੈ। ਬਰਾਤ ਦੇ ਵਿੱਚ ਕੌਣ ਤੁਰਨੇ ਨੇ? ਪਰਮਾਤਮਾ ਨੂੰ ਮੰਨਣ ਵਾਲੇ, ਬੰਦਗੀ ਕਰਨ ਵਾਲੇ, ਭਾਈ ਦੌਲਤ ਖਾਂ ਦੇ ਜਿਹੜੇ ਸਟਾਫ ਦੇ ਮੈਂਬਰ ਨੇ, ਭਾਈ ਜੈ ਰਾਮ ਜੀ ਦੇ ਜਿਹੜੇ ਸਟਾਫ ਦੇ ਮੈਂਬਰ ਨੇ, ਉਹ ਤੁਰਨੇ ਨੇ। ਗੁਰਸਿੱਖਾਂ ਦੀ ਬਰਾਤ ਤੁਰਨੀ ਹੈ। ਬਾਣੀ ਪੜਨ ਵਾਲਿਆਂ ਦੀ ਬਰਾਤ ਰਵਾਨਾ ਹੋਣੀ ਹੈ। ਜਦੋਂ ਬਰਾਤ ਦੀ ਰਵਾਨਗੀ ਦੀ ਤਿਆਰੀ ਹੋਈ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਵਿਰਸੇ ਦੇ ਵਿੱਚ, ਜਿੱਥੇ ਪਿਤਾ ਦਾ ਸਤਿਕਾਰ ਹੈ, ਜਿੱਥੇ ਮਾਤਾ ਦਾ ਸਤਿਕਾਰ ਹੈ, ਦਾਦੀ ਨਾਨੀ ਦਾ ਸਤਿਕਾਰ ਹੈ, ਬਾਬੇ ਦਾ ਸਤਿਕਾਰ ਹੈ, ਗੁਰੂ ਸਵਾਰਿਓ ਉੱਥੇ ਭੈਣ ਦਾ ਰਿਸ਼ਤਾ ਵੀ ਬੜਾ ਪਵਿੱਤਰ ਤੇ ਉੱਚਾ ਤੇ ਸੁੱਚਾ ਹੈ। ਬੇਬੇ ਨਾਨਕੀ ਜੀ ਵੀ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਤੁਰਨੀ ਹੈ ਬਟਾਲੇ ਦੇ ਵੱਲ, ਬੜੇ ਖੁਸ਼ ਨੇ। ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਉਸ ਮਾਲਕ ਦੇ ਚਰਨਾਂ ਦੇ ਵਿੱਚ ਜੋਦੜੀ ਵੀ ਕਰਦੇ ਨੇ। ਸਹੀ ਸਲਾਮਤ ਇਹ ਕਾਰਜ ਸਤਿਗੁਰੂ ਨੇਪੜੇ ਚਾੜਨਾ। ਤੇ ਇਤਿਹਾਸ ਕਹਿੰਦਾ ਏ ਕੋੜੀ ਦੀ ਵਾਗ ਵੀ ਉਹਨਾਂ ਨੇ ਫੜੀ ਹੈ। ਤੇ ਗੁਰੂ ਸਵਾਰਿਓ ਸ਼ਗਨ ਦੇਣ ਦਾ ਵੀ ਸਾਡੇ ਵਿਰਸੇ ਦੇ ਵਿੱਚ, ਮੈਂ ਇਹਨੂੰ ਧਾਰਮਿਕ ਤੇ ਨਹੀਂ ਕਹਿ ਸਕਦੀ ਗੁਰੂ ਸਵਾਰਿਓ, ਸਾਡੇ ਵਿਰਸੇ ਦੇ ਵਿੱਚ ਜਿਹੜੇ ਸਾਡੇ ਸਿੱਖੀ ਦੇ ਵਿੱਚ ਰਸਮੋ ਰਿਵਾਜ ਨੇ, ਅਸੀਂ ਗੁਰਮਤਿ ਦੇ ਅਨੁਸਾਰ ਕਰਨ ਦਾ ਯਤਨ ਕਰਦੇ ਹਾਂ। ਤੇ ਹੁਣੇ ਗੁਰੂ ਸਵਾਰਿਓ
ਸਟੇਜ ਤੋਂ ਸੈਕਟਰੀ ਸਾਹਿਬ ਆਪ ਜੀ ਨੂੰ ਸੰਬੋਧਨ ਹੋ ਕੇ ਗਏ ਨੇ। ਉਹਨਾਂ ਬੜੇ ਸੋਹਣੇ ਸ਼ਬਦ ਕਹੇ ਨੇ ਕਿ ਅੱਜ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਉਣਾ ਹੈ ਤੇ ਜਿਹੜੇ ਅਸੀਂ ਵਿਆਹਾਂ ਸ਼ਾਦੀਆਂ ਤੇ ਮਨਮਤ ਕਰਦੇ ਹਾਂ ਉਹ ਮਨਮਤ ਕਰਨੀ ਛੱਡ ਗਏ, ਇਹ ਦਿਨ ਮਨਾਏ ਸਾਡੇ ਸਫਲੇ ਹੋ ਜਾਣਗੇ। ਤੱਕੋ ਜੀ ਬੇਬੇ ਨਾਨਕੀ ਜੀ ਖੁਸ਼ੀ ਦੇ ਵਿੱਚ ਕੁਝ ਕਹਿ ਰਹੇ ਨੇ। ਕੀ ਕਹਿ ਰਹੇ ਨੇ? ਜਦੋਂ ਮੇਰੇ ਹਜ਼ੂਰ ਪਾਤਸ਼ਾਹ ਜੀ ਦੀ ਬਰਾਤ ਬਟਾਲੇ ਦੇ ਵੱਲ ਰਵਾਨਾ ਹੋਣ ਲੱਗੀ ਹੈ ਉਸ ਦ੍ਰਿਸ਼ ਨੂੰ ਸਾਥੀ ਇਉਂ ਕਹਿੰਦੇ ਨੇ। झांझ तुरन लगी सरदारां दी वड्डे छोटे वीर दिल दारां दी पवे महक
ਜਾਂਝ ਸਦਰਾ ਲੈ ਕੇ ਜਾਵੇ ਜੀ ਖੁਸ਼ੀ ਭਾਰਤ ਘਰਾਂ ਨੂੰ ਆਵੇ ਜੀ ਜੋੜਾ ਵੀਰੇ ਦਾ ਖੂਬ ਸਜਾਵੇ ਜੀ ਕਰੇ ਪੈਣ ਦੁਆਈ ਨਾਨਕ ਵੀਰਾਵੇ ਦੇ ਜਾ ਵਾਂਗ ਵਧਾਈ ਸੋਹਣੇ ਆਵੇ ਕੜੀ ਸ਼ਗਨਾਂ ਦੀ ਆਈ ਸੋਹਣੇ ਆਵੇ ਕੜੀ ਸ਼ਗਨਾਂ ਦੀ ਆਈ ਨਾਨਕ ਵੀਰਾਵੇ ਕੜੀ ਸ਼ਗਨਾਂ ਦੀ ਆਈ ਗੁਰੂ ਸਵਾਰਿਓ, ਸਾਡਾ ਵਿਰਸਾ ਬੜਾ ਮਹਾਨ ਹੈ, ਸਾਡਾ ਸੱਭਿਆਚਾਰ ਵੀ ਬੜਾ ਮਹਾਨ ਹੈ। ਜਦੋਂ ਬੱਚੇ ਦਾ ਜਨਮ ਹੋਇਆ, ਅਸੀਂ ਉਸ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕਰਦੇ ਹਾਂ, ਇੱਕ ਦੂਸਰੇ ਨੂੰ ਸ਼ਗਨ ਦਿੰਦੇ ਹਾਂ। ਵਿਆਹ ਆਇਆ ਫਿਰ ਵੀ ਅਸੀਂ ਸ਼ਗਨ ਦਿੰਦੇ ਹਾਂ। ਤੇ ਜਦੋਂ ਬਰਾਤ ਰਵਾਨਾ ਹੁੰਦੀ ਹੈ, ਉਸ ਵੇਲੇ ਵੀ ਇਹ ਸਾਡੇ ਸੱਭਿਆਚਾਰ ਦਾ, ਸਾਡੇ ਵਿਰਸੇ ਦਾ ਇੱਕ ਅੰਗ ਹੈ। ਉਸ ਵੇਲੇ ਵੀ ਅਸੀਂ ਬੱਚੀਆਂ ਨੂੰ, ਧੀਆਂ ਨੂੰ ਸ਼ਗਨ ਦਿੰਦੇ ਹਾਂ। ਬੇਬੇ ਨਾਨਕੀ ਜੀ ਨੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕੀਤੀ ਤੇ ਘੋੜੀ ਵੀ ਗਾਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਘੋੜੀਆਂ ਦੇ ਸਰਲੇਖ ਹੇਠ ਬਾਣੀ ਵੀ ਅਸੀਂ ਸੁਣਦੇ ਹਾਂ। ਤੇ ਗੁਰੂ ਸਵਾਰਿਓ, ਧੀ ਦਾ ਵਿਆਹ ਹੋਵੇ, ਸਾਡੀਆਂ ਭੈਣਾਂ ਦੇ ਵੱਲੋਂ ਸੁਹਾਗ ਗਾਏ ਜਾਂਦੇ ਨੇ। ਲੜਕੇ ਦਾ ਵਿਆਹ ਹੋਵੇ ਤੇ ਘੋੜੀਆਂ ਗਾਈਆਂ ਜਾਂਦੀਆਂ ਨੇ। ਮੇਰੇ ਸਾਥੀ ਬੀਬਾ ਸੁਰਿੰਦਰ ਕੌਰ ਗਿਆਨੀ ਕਮਲਜੀਤ ਸਿੰਘ ਤੇ ਬੀਬਾ ਰਣਜੀਤ ਕੌਰ ਨੇ ਵੀ ਆਪ ਜੀ ਦੇ ਸਨਮੁਖ ਘੋੜੀ ਗਾਈ ਹੈ। ਖੁਸ਼ੀ ਦੇ ਮੌਕੇ ਤੇ ਘੋੜੀਆਂ ਸੁਹਾਗ ਗਾਏ ਜਾਂਦੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਬਟਾਲੇ ਦੀ ਧਰਤੀ ਤੇ ਪਹੁੰਚੀ ਹੈ। ਮੈਂ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕਰਨੀ ਚਾਹੁੰਦੀ ਹਾਂ, ਆਪਣੀ ਗੱਲ ਨੂੰ ਬਹੁਤ ਛੋਟੀ ਕਰ ਦੇਵਾਂ। ਗੁਰੂ ਸਵਾਰਿਓ, ਜਦੋਂ ਬਟਾਲੇ ਦੀ ਧਰਤੀ ਤੇ ਬਰਾਤ ਪਹੁੰਚੀ, ਮੇਰੇ ਹਜ਼ੂਰ ਪਾਤਸ਼ਾਹ ਜੀ ਦਾ ਬਰਾਤੀਆਂ ਦਾ ਬਹੁਤ ਸਵਾਗਤ ਹੋਇਆ। ਮੈਂ ਕਦੇ-ਕਦੇ ਇਤਿਹਾਸ ਤੋਂ ਅਣਜਾਣ ਲਿਖਾਰੀਆਂ ਨੂੰ ਜਦੋਂ ਪੜ੍ਹਨ ਦਾ ਮੌਕਾ ਮਿਲਦਾ ਹੈ, ਕਿਉਂਕਿ ਇੱਕ ਪ੍ਰਚਾਰਕ ਨੇ ਬਹੁਤ ਸਾਰੇ, ਜਦੋਂ ਲੇਖਕਾਰ ਨੂੰ ਪੜ੍ਹਨਾ ਹੈ, ਲਿਖਣ ਵਾਲਿਆਂ ਨੂੰ ਪੜ੍ਹਨਾ ਹੈ, ਤਦ ਹੀ ਉਸ ਸਟੇਜ ਤੇ ਬੋਲਣ ਦੇ ਯੋਗ ਹੋ ਸਕਦਾ ਹੈ। ਇੱਕ ਪ੍ਰਸੰਗ ਨੂੰ ਕਹਿਣਾ ਹੋਵੇ ਤੇ ਤਕਰੀਬਨ 10-15 ਕਿਤਾਬਾਂ ਸਾਨੂੰ ਪੜ੍ਹਨੀਆਂ ਪੈਂਦੀਆਂ ਨੇ। ਕੁਝ ਇਤਿਹਾਸ ਤੋਂ ਨਾ ਵਾਕਫ ਇਤਿਹਾਸਕਾਰਾਂ ਨੇ ਲਿਖ ਦਿੱਤਾ ਕਿ ਸਧਾਰਨ ਬਰਾਤ ਹੈ। ਨਹੀਂ, ਮੈਂ ਆਪ ਜੀ ਦੇ ਨਾਲ ਪਹਿਲਾਂ ਸ਼ਬਦ ਸਾਂਝੇ ਕੀਤੇ ਨੇ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਰਾਤ ਵਰਗੀ ਬਰਾਤ ਕੋਈ ਹੋਰ ਹੋ ਨਹੀਂ ਸਕਦੀ। ਅੱਜ ਅਸੀਂ ਆਪਣੇ ਧੀਆਂ ਪੁੱਤਰ ਵਿਆਹੁੰਦੇ ਹਾਂ, ਸਾਨੂੰ ਇਹ ਗੱਲ ਪ੍ਰਵਾਨ ਕਰਨੀ ਪਵੇਗੀ, ਮੇਰੇ ਗੁਰੂ ਨਾਨਕ ਦੇ ਬਰਾਤ ਵਰਗੀ ਬਰਾਤ ਕੋਈ ਹੋ ਨਹੀਂ ਸਕਦੀ। ਬਾਣੀ ਪੜ੍ਹਨ ਵਾਲੇ ਨੇ, ਪਰਮਾਤਮਾ ਨੂੰ ਮੰਨਣ ਵਾਲੇ ਨੇ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੋ ਜਿਹੀ ਬਰਾਤ ਤਿਆਰ ਕੀਤੀ ਹੈ। ਪਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ, ਬਾਬਾ ਸ਼ਿਵ ਰਾਮ ਜੀ, ਦਾਦੀ ਬਨਾਰਸੀ ਜੀ, ਡੇਰਾ ਲਾਹੌਰ ਤੋਂ ਨਾਨਕਾ ਪਰਿਵਾਰ ਵੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਇਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਬਟਾਲੇ ਪਹੁੰਚੀ ਨੇ। ਜਦੋਂ ਬਰਾਤ ਬਟਾਲੇ ਪਹੁੰਚੀ ਹੈ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਸਤਿਕਾਰ ਕੀਤਾ ਗਿਆ, ਬਰਾਤ ਦਾ ਬੜਾ ਸਤਿਕਾਰ ਕੀਤਾ ਗਿਆ। ਗੁਰੂ ਸਵਾਰਿਓ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲਈ ਹੁਣ ਉਹ ਸਮਾਂ ਆਇਆ ਜਦੋਂ ਆਨੰਦ ਕਾਰਜ ਹੋਣਾ ਹੈ। ਯਾਦ ਰੱਖਣਾ, ਜਦੋਂ ਇਹ ਰਿਸ਼ਤਾ ਤੈਅ ਹੋਇਆ, ਜਿੱਥੇ ਰਾਏ ਬੁਲਾਰ ਦਾ ਸਹਿਯੋਗ ਹੈ, ਉੱਥੇ ਪੰਡਤ ਨੱਦਾ ਕਰਕੇ ਨਾ ਆਏ, ਪੰਡਤ ਨੱਦਾ ਜੀ ਨੇ ਵੀ ਆਪਣਾ ਸਹਿਯੋਗ ਪਾਇਆ ਏ। ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਨੰਦ ਕਾਰਜ ਦਾ ਸਮਾਂ ਆਇਆ ਤੇ ਹੁਣੇ ਆਪ ਜੀ ਨੇ ਸੁਣਿਆ ਸੈਕਟਰੀ ਸਾਹਿਬ ਤੋਂ ਕਿ ਅਗਨੀ ਦੀ ਅਸੀਂ ਪੂਜਾ ਨਹੀਂ ਕਰਨੀ। ਮੇਰੇ ਹਜ਼ੂਰ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਣਾ ਏ ਤੇ ਅਗਨੀ ਬਾਲੀ ਗਈ ਰਾਤ ਨੂੰ। ਜਦੋਂ ਅਗਨੀ ਬਾਲੀ ਗਈ, ਮੇਰੇ ਹਜ਼ੂਰ ਪਾਤਸ਼ਾਹ ਜੀ ਆਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਨਹੀਂ, ਅਸੀਂ ਤੇ ਪਖੰਡ ਨੂੰ ਦੂਰ ਕਰਨਾ ਏ। ਜਿਸ ਪਰਮਾਤਮਾ ਨੇ
ਸਾਨੂੰ ਇਸ ਦੁਨੀਆ ਦੇ ਵਿੱਚ ਲਿਆਂਦਾ ਏ, ਉਸ ਦੀ ਰਜ਼ਾ ਦੇ ਅਨੁਸਾਰ ਸਾਰੇ ਕਾਰਜ ਸਾਡੇ ਜ਼ਿੰਦਗੀ ਦੇ ਹੋਣੇ ਚਾਹੀਦੇ ਨੇ। ਹਜ਼ੂਰ ਪਾਤਸ਼ਾਹ ਜੀ ਨੇ ਚੌਂਕੀ ਮੰਗਵਾਈ ਹੈ, ਸੁੰਦਰ ਦਸ਼ਾਲੇ ਪਾਏ ਨੇ ਉਸ ਚੌਂਕੀ ਤੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਲਿਖਿਆ ਏ। ਹਜ਼ੂਰ ਕਹਿੰਦੇ ਨੇ ਅਸੀਂ ਪਰਮਾਤਮਾ ਦੇ ਸਿਮਰਨ ਦੀ, ਅਸੀਂ ਪਰਮਾਤਮਾ ਦੇ ਮੂਲ ਮੰਤਰ ਦੀ ਪਰਿਕਰਮਾ ਕਰਾਂਗੇ। ਤੱਕੋ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਪਖੰਡ ਤੋਂ ਦੂਰ ਹੋ ਕੇ ਸਾਨੂੰ ਵੀ ਪਖੰਡ ਤੋਂ ਦੂਰ ਹੋਣ ਦੇ ਲਈ ਕਹਿੰਦੇ ਨੇ। ਬਚਪਨ ਦੇ ਚੋਜ ਨੂੰ ਮੇਰੇ ਹਜ਼ੂਰ ਪਾਤਸ਼ਾਹ ਜੀ ਦੇ ਨੇ ਪੜ੍ਹ ਗਏ। ਪੰਡਤ ਹਰਦਿਆਲ ਜਨੇਊ ਪਾਉਣ ਲੱਗੇ। ਹਜ਼ੂਰ ਕਹਿੰਦੇ ਨੇ ਨਹੀਂ, ਇਸ ਜਨੇਊ ਦੀ ਲੋੜ ਨਹੀਂ। ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਪਾਂਡੇ ਘੱਤ। ਵਿਆਹ ਦਾ ਸਮਾਂ ਆਇਆ ਏ ਤੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਨਹੀਂ, ਅਸੀਂ ਅਗਨੀ ਦੇ ਦੁਆਲੇ ਪਰਿਕਰਮਾ ਨਹੀਂ ਕਰਾਂਗੇ। ਤੱਕੋ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਪਿਆਰ ਦੇ ਨਾਲ ਸਮਝਾਉਂਦੇ ਹੋਏ ਕਿਵੇਂ ਮੂਲ ਮੰਤਰ ਦੀਆਂ ਪਰਿਕਰਮਾ ਕਰਨ ਲੱਗੇ ਨੇ। ਉਸ ਦ੍ਰਿਸ਼ ਨੂੰ ਸਾਥੀ ਇਉਂ ਕਹਿੰਦੇ ਨੇ। नहीं आनंद करोना। सारी दुनिया विचों उत्तम धर्म गृहस्थी दा, ओ सारी दुनिया विचों उत्तम धर्म गृहस्थी दा, उस नू तारन लग्या रब विचोला पाउणा, उस नू तारन लग्या रब विचोला पाउणा। जो देव बसंतर रब दे पोह विच चलदा ए, ओए जो देव बसंतर रब दे पोह विच चलदा है, उस अकाल पुरख नाल असां ने चित लगाउणा, उस अकाल पुरख नाल असां ने चित लगाउणा। लामा फेरे साडे गुरमतਿ नाल होवणगे, ओ लामा फेरे साडे गुरमतਿ नाल होवणगे, ओ तुर की बाणी सारे जग नू है रचनाउणा, ओ तुर की बाणी सारे जग नू है रचनाउणा।
ਲਿਖ ਕੇ ਮੰਤਰ ਮੂਲ ਸਜਾਉਣਾ ਚੰਦਨ ਚੌਂਕੀ ਦੇ ਲਿਖ ਕੇ ਮੰਤਰ ਮੂਲ ਸਜਾਉਣਾ ਚੰਦਨ ਚੌਂਕੀ ਦੇ ਉਹ ਕਰਕੇ ਪਰਮਾਤਮਾ ਤੇ ਚਰਨੀ ਸੀਸ ਨਿਵਾਉਣਾ ਕਰਕੇ ਪਰਕਰਮਾ ਤੇ ਚਰਨੀ ਸੀਸ ਨਿਵਾਉਣਾ ਹੋਇਆ ਵਿੱਚ ਬਟਾਲੇ ਨੰਦ ਨੂਰ ਜੀ ਨਾਨਕ ਦਾ ਹੋਇਆ ਵਿੱਚ ਬਟਾਲੇ ਆਨੰਦ ਨੂਰ ਜੀ ਨਾਨਕ ਦਾ ਔਰ ਸ਼ੋਦੇਵ ਰੂਹਾਨੇ ਦੇਰ ਵਧਾਈਆਂ ਆਉਣਾ ਔਰ ਸ਼ੋਦੇਵ ਰੂਹਾਨੇ ਦੇਰ ਵਧਾਈਆਂ ਆਉਣਾ ਔਰ ਸ਼ੋਦੇਵ ਰੂਹਾਨੇ ਦੇਣ ਵਧਾਈਆਂ ਆਉਣਾ ਢਾਡੀ ਜਿੱਥੇ ਬੋਲੋ ਸਮਾਪਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਜਾਗਤ ਜੋਤ ਤਖਤ ਚਵਰ ਦੇ ਮਾਲਕ ਸਤਿਗੁਰੂ, ਲੋਕ ਪਰਲੋਕ ਕੇ ਸੁਖ ਦਾਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰ 'ਤੇ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਜੁੜ ਮਿਲ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਬਾਜਾਂ ਵਾਲੇ ਸਤਿਗੁਰੂ, ਪੁੱਤਰਾਂ ਦੇ ਦਾਨੀ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਨੇ। ਨਿਤਨੇਮ ਅੰਮ੍ਰਿਤ ਬਾਣੀਆਂ ਦੇ ਜਾਪ ਅੰਮ੍ਰਿਤ ਵੇਲੇ ਹੋਏ। ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਪਾਵਨ ਅੰਮ੍ਰਿਤ ਵੇਲੇ ਦੇ ਹੁਕਮ ਦੀ ਵਿਚਾਰ ਉਪਰੰਤ ਆਪ ਜੀ ਨੇ ਗੁਰਬਾਣੀ ਕੀਰਤਨ ਅਤੇ ਹੁਣੇ ਹੁਣ ਆਪ ਜੀ ਨੇ
ਗੁਰੂ ਦਰ ਤੋਂ ਵਰਸਾਏ ਹੋਏ ਮਹਾਨ ਗੁਰੂ ਕੇ ਢਾਡੀ ਸਤਿਗੁਰਾਂ ਦੀਆਂ ਬਖਸ਼ਾਂ ਦੇ ਪਾਤਰ ਬੀਬੀ ਚੰਚਲਦੀਪ ਕੌਰ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਦੇ ਰਾਹੀਂ ਇਤਿਹਾਸ ਦਾ ਉਹ ਸੁਨਹਿਰੀ ਪੰਨਾ ਸਰਵਣ ਕੀਤਾ ਹੈ, ਜਿਸ ਸੁਨਹਿਰੀ ਇਤਿਹਾਸ ਨੂੰ ਅਸੀਂ ਯਾਦ ਕਰਦਿਆਂ ਅੱਜ ਸਤਿਗੁਰਾਂ ਦੇ ਪਾਵਨ ਦਰ 'ਤੇ ਜੁੜ ਮਿਲ ਬੈਠੇ ਹਾਂ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਸਤਿਗੁਰਾਂ ਦਾ ਪਾਵਨ ਵਿਆਹ ਪੁਰਬ ਦਾ ਇਤਿਹਾਸਕ ਦਿਹਾੜਾ ਹੈ। ਸਮੁੱਚੇ ਸੰਸਾਰ ਦੇ ਅੰਦਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ, ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਇਹਨਾਂ ਪੁਰਬਾਂ ਨੂੰ ਮਨਾਉਂਦੀਆਂ ਨੇ। ਕੇਂਦਰੀ ਸਮਾਗਮ ਉਸ ਧਰਤੀ 'ਤੇ ਹੁੰਦਾ ਹੈ ਜਿਸ ਧਰਤੀ 'ਤੇ ਮਹਾਰਾਜ ਸੁਲਤਾਨਪੁਰ ਤੋਂ ਜਾ ਕੇ ਮਾਤ ਸੁਲੱਖਣੀ ਨੂੰ ਵਿਆਹ ਕੇ ਲਿਆਏ। ਜਿਸ ਧਰਤੀ ਦਾ, ਜਿਸ ਸ਼ਹਿਰ ਦਾ, ਜਿਸ ਇਲਾਕੇ ਦਾ ਅੱਜ ਦੁਨੀਆ ਦੇ ਅੰਦਰ ਨਾਮ ਹੈ, ਉਹ ਮਹਾਨਤਾ, ਉਹ ਨਾਮ ਮੈਂ ਸਮਝਦਾ ਹਾਂ ਉਸ ਮਹਾਨ ਆਤਮਾ ਮਾਤਾ ਸੁਲੱਖਣੀ ਜੀ ਕਰਕੇ ਉਸ ਇਲਾਕੇ ਨੂੰ ਪ੍ਰਾਪਤ ਹੋਇਆ, ਬਟਾਲੇ ਸ਼ਹਿਰ ਨੂੰ। ਇਤਿਹਾਸ ਅੰਦਰ ਇਹ ਜ਼ਿਕਰ ਹੈ। ਇਤਿਹਾਸ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਜਿੱਥੇ ਜਗਤ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਤਲਵੰਡੀ ਰਾਏ ਭੋਏ ਦੀ ਨਗਰ ਵਿਖੇ ਹੋਇਆ, ਪਿਤਾ ਕਲਿਆਣ ਦਾਸ ਜੀ, ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਨੂੰ ਭਾਗ ਲੱਗੇ। ਉੱਥੇ ਸੰਗਤ ਜੀ 1476 ਈਸਵੀ ਨੂੰ ਪਿੰਡ ਪੱਖੋ ਕੇ ਰੰਧਾਵਾ, ਜਿਹੜਾ ਬਟਾਲੇ ਤੇ ਡੇਰਾ ਬਾਬਾ ਨਾਨਕ ਦੇ ਨੇੜੇ ਤੇੜੇ ਦਾ ਇਹ ਨਗਰ, ਇਸ ਨਗਰ ਦੇ ਅੰਦਰ ਬਾਬਾ ਮੂਲ ਚੰਦ ਮਾਤਾ ਚੰਦੋ ਰਾਣੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ। ਇਉਂ ਇਤਿਹਾਸ ਦੀਆਂ ਤਾਰੀਖਾਂ ਦੇ ਮੁਤਾਬਕ ਸਤਿਗੁਰਾਂ ਤੋਂ ਉਮਰ ਵਿੱਚ 7 ਸਾਲ ਛੋਟੇ ਸਨ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਉਹਨਾਂ ਮਹਾਨ ਮਾਤਾਵਾਂ ਵਿੱਚੋਂ ਇੱਕ ਨੇ, ਉਹਨਾਂ ਮਹਾਨ ਗੁਰਮੁਖ ਰੂਹਾਂ ਵਿੱਚੋਂ ਇੱਕ ਨੇ, ਬਲਕਿ ਉਹਨਾਂ ਗੁਰਮੁਖ ਰੂਹਾਂ ਉਹਨਾਂ ਮਾਤਾਵਾਂ ਦੇ ਲਈ ਪ੍ਰੇਰਨਾ ਸਰੋਤ ਬਣੇ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਸਬਰ ਤੇ ਸਿਦਕ ਦੇ ਨਾਲ ਜੀਵਨ ਜੀਵਿਆ। ਮਾਤਾ ਸੁਲੱਖਣੀ ਜੀ ਦਾ ਜਦੋਂ ਜੀਵਨ ਆਪਾਂ ਦੇਖਦੇ ਹਾਂ ਤਾਂ ਸੰਗਤ ਜੀ ਉਹ ਜੀਵਨ ਦਾ ਹਿੱਸਾ ਜਦੋਂ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਲਤਾਨਪੁਰ ਦੀ ਧਰਤੀ ਤੋਂ, ਇਹ ਇਤਿਹਾਸ, ਇਹ ਪੱਖ ਤਾਂ ਆਪਾਂ ਜਾਣਦੇ ਹਾਂ, ਮਹਾਰਾਜ ਸੁਲਤਾਨਪੁਰ ਆਪਣੇ ਭੈਣ ਨਾਨਕੀ ਦੇ ਕੋਲ ਆ ਗਏ, ਆਪਣੀ ਕਿਰਤ ਕੀਤੀ, ਔਰ ਹਰ ਮਾਪਿਆਂ ਦੀ ਜਿਹੜੀ ਇੱਛਾ ਹੁੰਦੀ ਹੈ, ਹਰ ਮਾਪਿਆਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਬੱਚੇ ਵੱਡੇ ਹੋਣ, ਯੋਗ ਹੋਣ ਤਾਂ ਇਹਨਾਂ ਨੂੰ ਗ੍ਰਸਤੀ ਬਣਾਇਆ ਜਾਵੇ। ਔਰ ਇਹ ਵੀ ਸੱਚ ਹੈ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜਗਤ ਵਿੱਚ ਪ੍ਰਗਟ ਹੋਏ ਨੇ। ਇਸ ਤੋਂ ਪਹਿਲਾਂ ਭਾਰਤ ਦੀ ਧਰਤੀ 'ਤੇ ਵਿਸ਼ੇਸ਼ ਕਰਕੇ ਇਹ ਮਨੌਤ ਸੀ, ਇਹ ਧਰਮ ਦੇ ਆਗੂਆਂ ਦਾ ਮੰਨਣਾ ਸੀ ਕਿ ਜਿਹੜਾ ਗ੍ਰਸਤੀ ਮਨੁੱਖ ਹੈ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹੀ ਕਾਰਨ ਸੀ ਬਹੁਤ ਸਾਰੇ ਲੋਕ
ਪਰਿਵਾਰਾਂ ਨੂੰ ਘਰਾਂ ਨੂੰ ਛੱਡ ਕੇ ਜੰਗਲ ਬੀਆਬਾਨ ਵਿੱਚ ਜਾ ਕੇ ਵਸਦੇ ਰਹਿੰਦੇ ਸਨ। ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਬੈਠਦੇ ਸਨ ਔਰ ਬਰਫ਼ ਦੇ ਪਹਾੜਾਂ 'ਤੇ ਬੈਠ ਕੇ ਆਪਣੇ ਸਰੀਰ ਨੂੰ ਗਾਲ ਲੈਂਦੇ ਸਨ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਹੀਂ, ਗ੍ਰਸਥ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਹੀ ਨਿਰੰਕਾਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਗੁਰੂ ਨਾਨਕ ਦੇ ਉਸ ਸਿਧਾਂਤ ਨੂੰ ਆਪਣੀਆਂ ਵਾਰਾਂ ਵਿੱਚ ਪ੍ਰਗਟ ਕੀਤਾ। ਸਗਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਸਾਰਿਆਂ ਧਰਮਾਂ ਵਿੱਚੋਂ, ਸਾਰਿਆਂ ਅਸ਼ਰਮਾਂ ਵਿੱਚੋਂ ਗ੍ਰਸਥ ਪ੍ਰਧਾਨ ਹੈ। ਔਰ ਇਹ ਵੀ ਸਮਾਜ ਦੀ ਇੱਕ ਵੰਡ ਸੀ ਕਿ ਮਨੁੱਖ ਦੀ ਉਮਰ ਨੂੰ 4 ਹਿੱਸਿਆਂ ਵਿੱਚ ਵੰਡਿਆ। 25 ਸਾਲ ਤੱਕ ਮਨੁੱਖ ਦੀ ਆਪਣੇ ਬਚਪਨੇ ਦੇ ਸਾਲ, 25 ਤੋਂ 50 ਗ੍ਰਸਥ ਦੇ ਜੀਵਨ ਵਿੱਚ ਰਹੇ। 50 ਤੋਂ 75 ਤੱਕ ਮਨੁੱਖ ਹੌਲੀ ਹੌਲੀ ਪਰਿਵਾਰ ਨੂੰ ਛੱਡਣ ਦਾ ਯਤਨ ਕਰੇ। ਅਖੀਰਲਾ ਜਿਹੜਾ ਸਦੀ ਦਾ ਹਿੱਸਾ ਹੈ 25 ਸਾਲ ਦਾ, ਉਹ ਮਨੁੱਖ ਪਰਿਵਾਰ ਨੂੰ ਤਾਂ ਛੱਡੇ ਹੀ ਛੱਡੇ, ਆਪਣੇ ਸਰੀਰ ਦੇ ਕੱਪੜਿਆਂ ਨੂੰ ਵੀ ਛੱਡ ਕੇ ਜੰਗਲ ਪਹਾੜਾਂ ਵਿੱਚ ਜਾ ਕੇ ਬੈਠ ਜਾਵੇ। ਇਹ ਸੀ ਸਨਾਤਨ ਧਰਮ ਦੀ ਉੱਥੋਂ ਦੀ ਮਨੌਤ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਨਹੀਂ, ਪਰਿਵਾਰ ਵਿੱਚ ਰਹਿ ਕੇ। ਜੇ ਸਿੱਧਾਂ ਨਾਲ ਮਹਾਰਾਜ ਦੀ ਚਰਚਾ ਹੋਈ, ਜੋਗੀਆਂ ਨਾਲ ਚਰਚਾ ਹੋਈ, ਮਹਾਰਾਜ ਕਹਿਣ ਲੱਗੇ ਨਹੀਂ, ਸੰਸਾਰ ਵਿੱਚ ਉਵੇਂ ਨਿਰਲੇਪ ਰਹਿਣਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ। ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਨਿਰਲੇਪ ਰਹਿੰਦੀ, ਇਸ ਤਰ੍ਹਾਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ, ਆਪਣੇ ਗ੍ਰਸਥ ਦੇ ਫਰਜ਼ਾਂ ਨੂੰ ਨਿਭਾਉਂਦਿਆਂ ਪ੍ਰਭੂ ਪ੍ਰਾਪਤੀ ਦੇ ਮਾਰਗ 'ਤੇ ਚੱਲਣਾ ਹੈ। ਸੰਗਤ ਜੀ, ਗੁਰੂ ਨਾਨਕ ਸਾਹਿਬ ਦੇ ਜੀਵਨ ਦਾ, ਜ਼ਿੰਦਗੀ ਦਾ ਉਹ ਸਮਾਂ ਆਇਆ ਔਰ ਰਿਸ਼ਤਾ ਤੈਅ ਹੋਇਆ। ਇਹ ਜਿਹੜਾ ਰਿਸ਼ਤਾ ਸੀ, ਇਹ ਸੰਬੰਧ ਸਨ ਸੰਗਤ ਜੀ, ਇਹ ਪੂਰਬਲੇ ਕਰਮਾਂ ਦੇ ਔਰ ਵੱਡੇ ਭਾਗ ਉਸ ਪਰਿਵਾਰ ਦੇ, ਬਾਬਾ ਮੂਲ ਚੰਦ ਦੇ, ਮਾਤਾ ਚੰਦੋ ਰਾਣੀ ਦੇ, ਜਿਨ੍ਹਾਂ ਨੂੰ ਆਪਣੀ ਧੀ ਦਾ ਰਿਸ਼ਤਾ ਸੰਸਾਰ ਦੇ ਉਸ ਮਹਾਨ ਰਹਿਬਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਮਹਾਨ ਸਤਿਗੁਰੂ ਦੀ ਮਹਿਮਾ, ਜਿਸ ਮਹਾਨ ਸਤਿਗੁਰੂ ਦੀ ਵਡਿਆਈ ਨੂੰ ਦੇਖਦਿਆਂ ਇਹ ਬੋਲ ਕਹੇ ਸਿੱਧਾਂ ਨੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਸੰਬੰਧ ਬਣੇ ਔਰ ਪਤਵੰਤੇ ਲੋਕ, ਸਿਰ ਕੱਢਦਾ ਲੋਕ, ਸੁਲਤਾਨਪੁਰ ਦੇ ਉਹ ਸਮੇਂ ਦੇ ਆਗੂ ਲੋਕ ਜਿਹੜੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਵਿੱਚ ਸ਼ਾਮਲ ਹੋ ਕੇ ਗਏ। ਰਾਏ ਬੁਲਾਰ ਵਰਗੀਆਂ ਸ਼ਖਸੀਅਤਾਂ ਗੁਰੂ ਨਾਨਕ ਸਾਹਿਬ ਦੇ ਇਸ ਕਾਰਜ ਵਿੱਚ ਸ਼ਾਮਲ ਹੋਈਆਂ। ਬਟਾਲੇ ਦੀ ਧਰਤੀ ਦੇ ਨੇੜੇ ਸੰਗਤ ਜੀ, ਪੱਖੋ ਕੇ ਰੰਧਾਵੇ ਨਗਰ ਇਤਿਹਾਸਕ ਨਗਰ ਸੀ। ਉਸ ਨਗਰ ਨੂੰ ਇਹ ਮਾਣ ਹਾਸਲ ਹੈ, ਗੁਰੂ ਨਾਨਕ ਦੇ ਦਰ ਦਾ ਮਹਾਨ ਸਿੱਖ ਭਾਈ ਅਜਿੱਤਾ ਰੰਧਾਵਾ। ਇਤਿਹਾਸ ਕਹਿੰਦਾ ਹੈ ਜਦੋਂ ਮਹਾਰਾਜ ਆਪਣੀਆਂ ਯਾਤਰਾ 'ਤੇ ਗਏ ਨੇ ਤਾਂ ਕੁਝ ਸਮਾਂ ਜੀਵਨ ਦਾ ਮਾਤਾ ਸੁਲੱਖਣੀ ਜੀ ਉਸ ਧਰਤੀ 'ਤੇ ਆਪਣੇ ਪੇਕੇ ਘਰ ਜਾ ਕੇ ਰਹੇ ਨੇ। ਜਿਹੜੀ ਗ੍ਰਸਥ ਦੀ ਮਰਜ਼ਾਦਾ ਸੀ ਉਹ ਬਟਾਲੇ ਸ਼ਹਿਰ ਦੇ ਵਿੱਚ ਹੋਈ, ਆਪਾਂ ਸਾਰੇ ਜਾਣਦੇ ਹਾਂ। ਕਾਰਨ ਬਾਬਾ ਮੂਲ ਚੰਦ ਜੀ ਉਸ ਇਲਾਕੇ ਦੇ ਪਟਵਾਰੀ ਸਨ ਔਰ ਆਪਣੀ ਇਸ ਸੇਵਾ, ਇਸ ਡਿਊਟੀ ਦੇ ਦੌਰਾਨ ਉਦੋਂ ਮਾਤਾ ਸੁਲੱਖਣੀ ਦੀ ਉਮਰ 4 ਸਾਲ ਦੀ ਸੀ ਜਦੋਂ ਮਹਾਰਾਜ ਦੇ ਇਹ ਕੁੜਮ ਨਗਰ ਰੰਧਾਵਾ ਪੱਖੋਕੇ ਨੂੰ ਛੱਡ ਕੇ ਬਟਾਲੇ ਆਣ ਵਸੇ ਸਨ। ਮਹਾਰਾਜ ਦਾ ਬਟਾਲੇ ਦੇ ਨਾਲ ਉਸ ਨਗਰ ਨਾਲ ਗਹਿਰਾ ਸੰਬੰਧ ਰਿਹਾ। ਭਾਈ ਗੁਰਦਾਸ ਸਾਹਿਬ ਨੇ ਇਸ ਦਾ ਜ਼ਿਕਰ ਕੀਤਾ ਆਪਣੀਆਂ ਵਾਰਾਂ ਵਿੱਚ।
ਇਤਿਹਾਸ ਕਹਿੰਦਾ ਮਹਾਰਾਜ ਜਦੋਂ ਕਰਤਾਰਪੁਰ ਆਏ ਨੇ, ਉਸ ਪੱਖੋਂ ਕੇ ਰੰਧਾਵੇ ਨਗਰ ਗਏ। ਬਾਹਰ ਅਜਿੱਤੇ ਰੰਧਾਵੇ ਦੇ ਖੂਹ 'ਤੇ ਜਾ ਕੇ ਮਹਾਰਾਜ ਨੇ ਪੜਾਅ ਕੀਤਾ। ਉੱਥੇ ਮਹਾਰਾਜ ਦੀ ਵਿਚਾਰ ਚਰਚਾ ਹੋਈ ਹੈ। ਉਹ ਅਜਿੱਤਾ ਰੰਧਾਵਾ ਮਹਾਰਾਜ ਦਾ ਸੇਵਕ ਬਣਿਆ। ਇਹ ਇੱਕ ਪੱਖ ਹੈ ਉਸ ਇਲਾਕੇ ਦਾ, ਉਸ ਧਰਤੀ ਦਾ, ਜਿਸ ਧਰਤੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਦਾ ਭਾਗ ਲਾਏ ਨੇ। ਉਹ ਧਰਤੀ ਭਾਗਾਂ ਵਾਲੀ ਬਣ ਗਈ ਸੀ। ਜਿਸ ਦਿਨ ਮਹਾਰਾਜ ਬਟਾਲੇ ਦੀ ਧਰਤੀ 'ਤੇ ਗਏ, ਔਰ ਸਾਧ ਸੰਗਤ ਜੀ ਦੋ ਪੱਖ ਨੇ ਇਤਿਹਾਸ ਦੇ। ਜਿਹੜੇ ਸਾਡੇ ਸੰਪਰਦਾਈ ਵਿਦਵਾਨ ਨੇ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਮਹਾਰਾਜ ਨੇ ਉੱਥੇ ਮੂਲ ਮੰਤਰ ਦਾ ਉਚਾਰਨ ਕੀਤਾ, ਕਾਗਜ਼ 'ਤੇ ਲਿਖੇ ਗਏ ਅੱਖਰ ਪਰਿਕਰਮਾ ਕੀਤੀਆਂ। ਕਿਉਂਕਿ ਉਸ ਸਮੇਂ ਦੀ ਜਿਹੜੀ ਮਰਜ਼ਾਦਾ ਸੀ ਸਨਾਤਨੀ, ਉਹ ਸੀ ਬੇਦੀ ਦੇ ਦੁਆਲੇ, ਅੱਗ ਦੇ ਦੁਆਲੇ ਫੇਰੇ ਲੈਣੇ। ਪਰ ਮਹਾਰਾਜ ਨੇ ਇਨਕਲਾਬੀ ਜਿਹੜਾ ਸੀ ਆਪਣਾ ਨਾਅਰਾ ਬੁਲੰਦ ਕੀਤਾ, ਜਿਹੜਾ ਕਦੀ ਮਹਾਰਾਜ ਨੇ ਤਲਵੰਡੀ ਨਗਰ ਅੰਦਰ ਕੀਤਾ ਸੀ। ਉਹੀ ਪ੍ਰੋਤ ਹਰਦਿਆਲ ਨਾਲ ਮਹਾਰਾਜ ਦਾ ਇੱਥੇ ਸਾਹਮਣਾ ਹੋਇਆ। ਮਹਾਰਾਜ ਨੂੰ ਕਹਿਣ ਲੱਗਾ, ਪਾਤਸ਼ਾਹ ਫਿਰ ਕਿਰਪਾ ਕਰੋ। ਜਦੋਂ ਸਤਿਗੁਰਾਂ ਕਿਹਾ, ਅਸੀਂ ਅੱਗ ਦੇ ਪੁਜਾਰੀ ਨਹੀਂ, ਅਸੀਂ ਕਿਸੇ ਵਿਸ਼ੇਸ਼ ਇਸ ਬੰਧਨ ਦੇ ਵਿੱਚ ਨਹੀਂ ਬੱਝ ਸਕਦੇ, ਤਾਂ ਕੁਝ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਨੇ ਮਹਾਰਾਜ ਨੇ ਮੂਲ ਮੰਤਰ ਉਚਾਰਿਆ। ਪਰ ਸੰਗਤ ਜੀ ਖਿਮਾ ਕਰਨੀ, ਅਸੀਂ ਇਤਿਹਾਸ ਨੂੰ ਆਪਣੇ ਆਪ ਕੱਟ ਦਿੰਦੇ ਹਾਂ। ਇਹੀ ਸੰਪਰਦਾਇ ਮਹਾਂਪੁਰਖ ਕਹਿੰਦੇ ਨੇ ਮਹਾਰਾਜ ਨੇ ਜਿਹੜਾ ਮੂਲ ਮੰਤਰ ਹੈ ਸੁਲਤਾਨਪੁਰ ਦੀ ਧਰਤੀ ਦੇ ਉਦੋਂ ਉਚਾਰਿਆ ਜਦੋਂ ਮਹਾਰਾਜ ਨੇ ਦੇਖਿਆ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚੁਲਾਈ। ਇਹ ਮਹਾਰਾਜ ਕਦੋਂ ਚੱਲੇ ਨੇ? ਜਦੋਂ ਮਹਾਰਾਜ ਦੇ ਘਰੇ ਦੋ ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ, ਜਦੋਂ ਮਹਾਰਾਜ ਗ੍ਰਸਤੀ ਹੋ ਚੁੱਕੇ ਨੇ। ਫਿਰ ਮਹਾਰਾਜ ਨੇ ਜੇ ਸੁਲਤਾਨਪੁਰ ਇਹ ਮੂਲ ਮੰਤਰ ਉਚਾਰਿਆ, ਫਿਰ ਇੱਥੇ ਕਿਵੇਂ ਗ੍ਰਸਤ ਧਰਮ ਵਿੱਚ ਪ੍ਰਵੇਸ਼ ਕੀਤੇ ਅਜੋਕੇ ਵਿਦਵਾਨਾਂ ਦਾ, ਔਰ ਜਿਨ੍ਹਾਂ ਨੇ ਬੜੀ ਭਾਵਨਾ ਦੇ ਨਾਲ ਔਰ ਬੈਠ ਕੇ ਇੱਕ ਖੋਜ ਕਰਕੇ ਇਸ ਗੱਲ 'ਤੇ ਪਹੁੰਚੇ ਨੇ ਕਿ ਜਿਹੜਾ ਸਤਨਾਮ ਦਾ ਚੱਕਰ ਫੜਾਇਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਤਨਾਮ ਤੇਰਾ ਪਰਾ ਪੂਰਬਲਾ। ਮਹਾਰਾਜ ਜਿੱਥੇ ਜਾਂਦੇ ਸਨ ਸਤ ਕਰਤਾਰ ਦਾ ਹੋਕਾ ਦਿੰਦੇ ਸਨ। ਸੋ ਉਹਨਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਸਤਨਾਮ ਸ਼ਬਦ ਲਿਖ ਕੇ ਉਹਦੀਆਂ ਪਰਿਕਰਮਾ ਮਹਾਰਾਜ ਨੇ ਕੀਤੀਆਂ ਨੇ। ਮੂਲ ਮੰਤਰ ਦਾ ਉਚਾਰਨ ਸੁਲਤਾਨਪੁਰ ਦੀ ਧਰਤੀ 'ਤੇ ਜੇ ਅਸੀਂ ਮੰਨਦੇ ਹਾਂ, ਫਿਰ ਇੱਥੇ ਸਤਨਾਮ ਦਾ ਜਿਹੜਾ ਲਿਖ ਕੇ ਪਰਿਕਰਮਾ ਕਰਨੀਆਂ ਇਹ ਮੰਨਣ ਯੋਗ ਹੈ। ਰਹੋ ਵਿਚਾਰ, ਗੁਰੂ ਨਾਨਕ ਸਾਹਿਬ ਮਹਾਰਾਜ ਗ੍ਰਸਤ ਵਿੱਚ ਪ੍ਰਵੇਸ਼ ਕੀਤੇ ਨੇ। ਮੈਂ ਆਰੰਭ ਕੀਤਾ ਸੀ ਕਿ ਮਾਤਾ ਸੁਲੱਖਣੀ ਜੀ ਦਾ ਸਿੱਧਕ, ਉਹਨਾਂ ਦਾ ਸਤਿਗੁਰੂ ਦੇ ਚਰਨਾਂ 'ਤੇ ਕਿੰਨਾ ਭਰੋਸਾ ਹੈ। ਅੱਜ ਸੰਗਤ ਜੀ ਅਸੀਂ ਘਰ ਤੋਂ ਦੂਰ ਜਾਂਦੇ ਹਾਂ, ਸਾਡੇ ਬੱਚੇ, ਸਾਡਾ ਪਰਿਵਾਰ ਯਾਦ ਕਰਦਾ ਹੈ। ਵਾਰ-ਵਾਰ ਅਸੀਂ ਫੋਨ ਕਾਲਾਂ ਸਮੇਂ ਦੇ ਨਾਲ ਕਰਦੇ ਹਾਂ। ਉਦੋਂ ਨਾ ਇਹੋ ਜਿਹਾ ਸਿਸਟਮ ਸੀ, ਪਰ ਕਿੰਨਾ ਸਿਦਕ ਹੋਵੇਗਾ ਉਸ ਮਾਤਾ ਦਾ, ਕਿੰਨਾ ਜੀਵਨ ਅੰਦਰ ਸੰਤੋਖ ਹੋਵੇਗਾ ਉਹਨਾਂ ਬੱਚਿਆਂ ਦੇ। ਗੁਰੂ ਨਾਨਕ ਸਾਹਿਬ ਜੀਵਨ ਦੇ ਕਈ ਦਹਾਕੇ ਜਿਹੜੇ ਨੇ ਉਹ ਸੰਸਾਰ ਨੂੰ ਤਾਰਨ ਦੇ ਲਈ 4 ਵੱਡੀਆਂ ਯਾਤਰਾਵਾਂ 'ਤੇ ਗਏ ਨੇ ਮਹਾਰਾਜ। ਮੈਂ ਸਮਝਦਾ ਹਾਂ 2 ਮਾਤਾਵਾਂ ਨੇ ਇਤਿਹਾਸ ਅੰਦਰ ਜਿਨ੍ਹਾਂ ਨੇ ਇਹ ਸਬਰ ਤੇ ਸੰਤੋਖ ਦੀ ਉਹ ਮਹਾਨ ਮਿਸਾਲ ਕਾਇਮ ਕਰ ਦਿੱਤੀ ਹੈ। ਪਹਿਲੇ ਨੇ ਮਾਤਾ ਸੁਲੱਖਣੀ ਜੀ, ਦੂਸਰੇ ਨੇ ਜਦੋਂ 9ਵੇਂ ਜਾਮੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਅਸੀਂ ਪੜ੍ਹਦੇ ਹਾਂ,
ਤਾਂ ਲੰਮਾ ਸਮਾਂ ਮਹਾਰਾਜ ਬਕਾਲੇ ਦੀ ਧਰਤੀ ਤੇ ਬੈਠੇ ਰਹੇ ਨੇ। ਮਾਤਾ ਗੁਜਰੀ ਜੀ ਨੇ ਆਉਣਾ, ਬਾਹਰੋਂ ਦਰਸ਼ਨ ਕਰਕੇ ਫਿਰ ਮਹਿਲਾਂ ਵਿੱਚ ਚਲੇ ਜਾਣਾ। ਫਿਰ ਮਹਾਰਾਜ ਲੰਮੀ ਯਾਤਰਾ ਤੇ ਚਲੇ ਗਏ ਨੇ। ਫਿਰ ਮਹਾਰਾਜ ਦੇ ਜੀਵਨ ਦਾ ਉਹ ਸਮਾਂ ਆਇਆ ਜਦੋਂ ਦਿੱਲੀ ਦੇ ਅੰਦਰ ਸ਼ਹਾਦਤ ਹੁੰਦੀ ਹੈ, ਤਾਂ ਮਾਤਾ ਗੁਜਰੀ ਜੀ ਕੀਰਤਪੁਰ ਦੀ ਧਰਤੀ ਤੇ ਪਤੀ ਦੇਵ ਦਾ ਆਇਆ ਹੋਇਆ ਸੀਸ ਝੋਲੀ ਵਿੱਚ ਪਵਾਉਂਦਿਆਂ ਕਹਿੰਦੇ ਨੇ, ਮਹਾਰਾਜ ਇਹ ਵੀ ਤੁਹਾਡੀ ਆਗਿਆ, ਇਹ ਵੀ ਤੁਹਾਡਾ ਭਾਣਾ ਹੈ। ਇਹ ਹੈ ਸਬਰ, ਇਹ ਹੈ ਜੀਵਨ ਦੇ ਅੰਦਰ ਸੰਤੋਖ। ਸੋ ਮਾਤਾ ਸੁਲੱਖਣੀ ਜੀ ਦਾ ਜੀਵਨ ਵੀ ਬੜਾ ਕੁਰਬਾਨੀ ਭਰਿਆ ਹੈ। ਸੰਗਤ ਜੀ, ਆਪਾਂ ਇਹ ਪੁਰਬ, ਇਹ ਜੋੜ ਮੇਲੇ ਮਨਾਉਂਦੇ ਹਾਂ। ਮੇਰੇ ਤੋਂ ਪਹਿਲਾਂ ਭੈਣ ਜੀ ਚੰਚਲਦੀਪ ਹੋਰਾਂ ਨੇ ਆਰੰਭ ਅੰਦਰ ਇੱਕ ਬਚਨ ਕਿਹਾ ਸੀ ਕਿ ਸਾਡੇ ਮਨਾਏ ਹੋਏ ਪੁਰਬ ਸਫਲੇ ਹੋ ਸਕਦੇ ਨੇ ਜੇ ਅਸੀਂ ਉਹਨਾਂ ਪੁਰਬਾਂ ਤੋਂ, ਉਹਨਾਂ ਸਿਧਾਂਤਾਂ ਨੂੰ, ਉਹਨਾਂ ਹੁਕਮਾਂ ਨੂੰ ਸਮਝ ਸਕੀਏ ਜੋ ਮਹਾਰਾਜ ਨੇ ਸਾਨੂੰ ਹੁਕਮ ਦ੍ਰਿੜ ਕਰਵਾਏ ਨੇ, ਜੋ ਉਪਦੇਸ਼ ਸਤਿਗੁਰਾਂ ਨੇ ਦਿੱਤੇ ਨੇ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਬਟਾਲੇ ਦੀ ਧਰਤੀ ਤੇ ਕੰਧ ਵਾਲੀ ਘਟਨਾ ਦਾ ਆਪਾਂ ਸਾਰੇ ਪ੍ਰਸੰਗ ਸੁਣਦੇ ਹਾਂ। ਉਹ ਵੀ ਅਸਲ ਬ੍ਰਾਹਮਣ ਦੇ ਸ਼ੈਤਾਨ ਦਿਮਾਗ ਦੀ ਕਾਢ ਸੀ। ਆਮ ਤੌਰ ਤੇ ਆਪਾਂ ਬੱਚੀਆਂ ਨਾਲ, ਬੀਬੀਆਂ ਨਾਲ ਜੁੜਦੇ ਹਾਂ, ਜਿਵੇਂ ਅੱਜ ਸਮਾਜ ਅੰਦਰ ਵਾਪਰਦਾ ਹੈ। ਪਰਿਵਾਰਾਂ ਵਿੱਚ ਜਦੋਂ ਬੱਚਾ ਵਿਆਹੁਣ ਲਈ ਆਉਂਦਾ ਹੈ, ਇਸ ਤਰ੍ਹਾਂ ਦੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ। ਪਰ ਨਹੀਂ, ਵਿਦਵਾਨ ਕਹਿੰਦੇ ਨੇ ਉਹ ਸਾਜ਼ਿਸ਼ ਸੀ। ਉਹ ਬ੍ਰਾਹਮਣ ਲੋਕ ਜਿਹੜੇ ਇਸ ਗੱਲ ਤੋਂ ਦੁਖੀ ਸਨ ਕਿ ਹਰ ਵੇਲੇ ਗੁਰੂ ਨਾਨਕ ਸਾਹਿਬ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਸਾਡੇ ਸਨਾਤਨ ਦੇ ਸਿਧਾਂਤ ਨੇ, ਉਹਨਾਂ ਨੂੰ ਤੋੜਦੇ ਜਾ ਰਹੇ ਨੇ। ਕਿਉਂ ਨਾ ਕੰਨ ਥੱਲੇ ਦੇ ਕੇ ਖਾਤਮਾ ਕਰ ਦਿੱਤਾ ਜਾਵੇ। ਮਹਾਰਾਜ ਨੇ ਬਖਸ਼ਿਸ਼, ਗੁਰੂ ਨਾਨਕ ਦੀ ਵਡਿਆਈ ਨੂੰ ਕੌਣ ਰੋਕ ਸਕਦਾ ਸੀ। ਉਹ ਸੰਗਤ ਜੀ ਕੰਧ ਅੱਜ ਜੁਗੋ ਜੁਗ ਖੜੀ ਹੈ। ਉਹਨਾਂ ਦੇ ਅੰਦਰ ਜਿਹੜੀ ਹਉਮੈ ਦੀ ਕੰਧ ਸੀ, ਜਿਹੜੀ ਹੰਕਾਰ ਦੀ ਕੰਧ ਸੀ, ਮਹਾਰਾਜ ਨੇ ਉਹਨੂੰ ਤੋੜਿਆ। ਉਹੀ ਲੋਕ ਕਹਿਣ ਲੱਗੇ, ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਸਾਹਿਬ ਮਹਾਰਾਜ ਮਾਤ ਸੁਲੱਖਣੀ ਜੀ ਨੂੰ ਲੈ ਕੇ ਮਾਤਾ ਪਿਤਾ ਤੇ ਸਹਿਯੋਗੀਆਂ ਦੇ ਨਾਲ ਵਾਪਸ ਜਦੋਂ ਚੱਲਣ ਲੱਗੇ ਨੇ ਬਟਾਲੇ ਤੋਂ ਸੁਲਤਾਨਪੁਰ ਨੂੰ, ਤਾਂ ਸੰਗਤ ਜੀ ਬਾਬਾ ਮੂਲ ਚੰਦ ਜੀ ਔਰ ਮਾਤਾ ਚੰਦੋ ਰਾਣੀ ਜੀ, ਹੋਰ ਪਤਵੰਤੇ ਲੋਕ ਜਿਹੜੇ ਬੱਚੀ ਵੱਲੋਂ ਸ਼ਾਮਲ ਹੋਏ ਸਨ, ਸਾਰਿਆਂ ਨੇ ਬੱਚੀ ਨੂੰ ਤੋਰਨਾ ਸੀ। ਇਤਿਹਾਸਕਾਰ ਕਹਿੰਦੇ ਨੇ ਬਾਬਾ ਮੂਲ ਚੰਦ ਜੀ ਨੇ ਇੱਕ ਥਾਲ ਮੋਹਰਾਂ ਦਾ ਭਰਿਆ, ਉੱਪਰ ਇੱਕ ਦਸਤਾਰ ਰੱਖੀ ਔਰ ਕੁਝ ਹੋਰ ਦਾਜ ਦਹੇਜ ਸਮੇਂ ਦੇ ਨਾਲ ਲੋੜ ਅਨੁਸਾਰ ਇਤਿਹਾਸਕਾਰ ਕਹਿੰਦੇ ਨੇ ਕੁਝ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਕੀ ਉਪਦੇਸ਼ ਬਖਸ਼ਿਆ, ਸਾਨੂੰ ਅੱਜ ਵੀ ਉਹ ਮੰਨਣ ਦੀ ਤੇ ਸਮਝਣ ਦੀ ਲੋੜ ਹੈ। ਬਾਬਾ ਮੂਲ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਲਿਆਣ ਦਾਸ, ਜੋ ਉਹਨਾਂ ਦੇ ਕੁੜਮ ਬਣ ਚੁੱਕੇ ਸਨ, ਸਨਮੁਖ ਹਾਜ਼ਰ ਹੋ ਕੇ ਕਹਿਣ ਲੱਗੇ, ਇਹ ਤੁੱਛ ਜੀ ਸਾਡੇ ਵੱਲੋਂ ਭੇਟਾ ਹੈ ਬੱਚਿਆਂ ਨੂੰ। ਅਸੀਂ ਆਪ ਜੀ ਦੀ ਕੋਈ ਬਹੁਤੀ ਸੇਵਾ ਨਹੀਂ ਕਰ ਸਕੇ। ਸੰਗਤ ਜੀ, ਮੈਂ ਸਮਝਦਾ ਹਾਂ ਅੱਜ ਦਾ ਪਿਤਾ ਗੁਰੂ ਨਾਨਕ ਸਾਹਿਬ ਦੇ ਪਿਤਾ ਦੇ ਉਹਨਾਂ ਬਚਨਾਂ ਨੂੰ ਯਾਦ ਕਰ ਲਵੇ